ਲਾਸਟ ਲੈਕਚਰ ਦੇ ਵਿੱਚ ਆਪਾਂ ਜਿਹੜੇ ਜਿਹੜੇ ਟੌਪਿਕਸ ਪੜ੍ਹੇ ਸਨ ਉਹ ਸਨ DBMS ਕੀ ਹੈ, ਡੇਟਾਬੇਸ ਕੀ ਹੈ, ਫਾਈਲ ਸਿਸਟਮ ਕੀ ਹੈ, ਫਾਈਲ ਸਿਸਟਮ ਦੀਆਂ ਕੀ ਪ੍ਰੋਬਲਮਸ ਹਨ, ਫਾਈਲ ਸਿਸਟਮ ਦੀਆਂ ਕੁਝ ਡਿਸਐਡਵਾਂਟੇਜਸ ਹਨ, ਡੇਟਾ ਡੁਪਲੀਕੇਟ ਹੁੰਦਾ ਹੈ, ਮੋਰ ਦੈਨ ਵਨ ਫਾਈਲਸ ਦੇ ਵਿੱਚ ਡੇਟਾ ਤੁਹਾਡਾ ਸੇਵ ਹੋ ਜਾਂਦਾ ਹੈ। ਉਸ ਤੋਂ ਬਾਅਦ ਹੈ ਇਨਕਨਸਿਸਟੈਂਟ ਦਾ ਮਤਲਬ ਕੀ ਸੀ, ਜਿਹੜਾ ਡੇਟਾ ਹੈ ਉਹ ਜੇ ਇੱਕ ਜਗ੍ਹਾ ਤੇ ਅਪਡੇਟ ਹੋ ਰਿਹਾ ਤਾਂ ਦੂਸਰੀ ਜਗ੍ਹਾ ਤੇ ਅਪਡੇਟ ਨਹੀਂ ਹੋ ਰਿਹਾ। ਉਸੇ ਤਰੀਕੇ ਨਾਲ ਪੂਅਰ ਡੇਟਾ ਇੰਟੀਗ੍ਰਿਟੀ ਹੈ। ਇਸ ਦਾ ਮਤਲਬ ਕੀ ਹੈ, ਜਿਹੜਾ ਡੁਪਲੀਕੇਟ ਡੇਟਾ ਹੈ ਉਹ ਇੱਕ ਦੂਸਰੇ ਟੇਬਲਸ ਦੇ ਵਿੱਚ ਸੇਵ ਹੈ। ਫਾਈਲ ਪ੍ਰੋਸੈਸਿੰਗ ਸਿਸਟਮ ਦੇ ਵਿੱਚ ਜਿਹੜਾ ਸੀ ਪੂਅਰ ਡੇਟਾ ਇੰਟੀਗ੍ਰੇਸ਼ਨ ਹੁੰਦਾ ਸੀ। ਨੈਕਸਟ ਕੀ ਹੈ, ਤੁਹਾਡੇ ਕੋਲ ਡੇਟਾ ਆਈਸੋਲੇਟਿਡ ਹੈ, ਸੈਪਰੇਟ ਹੈ, ਅਲੱਗ-ਅਲੱਗ ਟੇਬਲਸ ਦੇ ਵਿੱਚ ਪਿਆ ਹੈ, ਸੋ ਦੈਟ ਜੇ ਤੁਸੀਂ ਕਿਸੇ ਡੇਟਾ ਨੂੰ ਸਰਚ ਕਰਨਾ ਹੈ ਤਾਂ ਉਹ ਬਹੁਤ ਜ਼ਿਆਦਾ ਟਾਈਮ ਸਪੇਸ ਲੈਂਦਾ ਹੈ ਜੇ ਤੁਸੀਂ ਉਸਨੂੰ ਸਰਚ ਕਰਨਾ ਹੈ। ਜੇ ਐਪਲੀਕੇਸ਼ਨ ਪ੍ਰੋਗਰਾਮ ਦੀ ਗੱਲ ਕਰੀਏ ਤਾਂ ਐਪਲੀਕੇਸ਼ਨ ਪ੍ਰੋਗਰਾਮ ਜਿੰਨੇ ਵੀ ਹਨ ਉਹ ਸਾਰੇ ਦੇ ਸਾਰੇ ਫਾਈਲ ਫਾਰਮੈਟ ਦੇ ਉੱਪਰ ਡਿਪੈਂਡ ਕਰਦੇ ਹਨ। ਉਸ ਤੋਂ ਬਾਅਦ ਪੂਅਰ ਡੇਟਾ ਸਿਕਿਉਰਿਟੀ ਹੈ, ਡੇਟਾ ਦੀ ਸਿਕਿਉਰਿਟੀ ਦਾ ਕੋਈ ਵੀ ਤਰੀਕਾ ਫਾਈਲ ਸਿਸਟਮ ਦੇ ਵਿੱਚ ਨਹੀਂ ਰੱਖਿਆ ਗਿਆ। ਹੁਣ ਜੇਕਰ ਤੁਸੀਂ ਫਾਈਲ ਸਿਸਟਮ ਦੀਆਂ ਇੰਨੀਆਂ ਪ੍ਰੋਬਲਮਸ ਦੇਖੀਆਂ ਨੇ ਤਾਂ ਉਹ ਸਾਰੀਆਂ ਪ੍ਰੋਬਲਮਸ ਨੂੰ ਖਤਮ ਕਰਨ ਲਈ ਆਪਣੇ ਕੋਲ ਜਿਹੜੀ ਨੈਕਸਟ ਡਿਵੈਲਪਮੈਂਟ ਹੋਈ ਉਹ ਹੈ ਡੇਟਾਬੇਸ ਸਿਸਟਮ। ਜਿਵੇਂ ਕਿ ਤੁਸੀਂ ਸਾਹਮਣੇ ਦੇਖ ਰਹੇ ਹੋ, ਡੇਟਾਬੇਸ ਸਿਸਟਮ ਕੀ ਹੈ, ਸਿੰਗਲ ਲਾਰਜ ਰਿਪੋਜ਼ਿਟਰੀ ਆਫ ਡੇਟਾ। ਮਤਲਬ ਕੀ ਹੈ, ਬਹੁਤ ਸਾਰਾ ਜਿਹੜਾ ਡੇਟਾ ਹੈ ਉਹ ਇੱਕੋ ਹੀ ਜਗ੍ਹਾ ਦੇ ਉੱਪਰ ਸੇਵ ਕਰ ਦਿੰਦੇ ਹਾਂ ਤਾਂ ਉਹਨੂੰ ਕੀ ਕਿਹਾ ਜਾਂਦਾ ਹੈ, ਡੇਟਾਬੇਸ ਸਿਸਟਮ। ਔਰ ਜਿਹੜਾ ਇਹ ਡੇਟਾਬੇਸ ਸਿਸਟਮ ਹੈ ਇਹ ਮਲਟੀਪਲ ਯੂਜ਼ਰਸ ਐਟ ਦਾ ਸੇਮ ਟਾਈਮ ਅਸੈਸ ਕਰ ਸਕਦੇ ਹਨ। ਫਾਈਲ ਸਿਸਟਮ ਦੇ ਵਿੱਚ ਦੇਖਿਆ ਸਭ ਤੋਂ ਪਹਿਲੀ ਪ੍ਰੋਬਲਮ ਕੀ ਸੀ, ਰਿਡੰਡੈਂਟ ਡੇਟਾ। ਰਿਡੰਡੈਂਟ ਡੇਟਾ ਦਾ ਮਤਲਬ ਕੀ ਹੈ, ਡੁਪਲੀਕੇਟ ਡੇਟਾ। ਜਿਹੜਾ ਡੇਟਾ ਸੀਗਾ ਉਹ ਡੁਪਲੀਕੇਟ ਸਟੋਰ ਹੁੰਦਾ ਸੀ, ਬਟ ਡੇਟਾਬੇਸ ਸਿਸਟਮ ਦੇ ਵਿੱਚ ਕੀ ਹੈ, ਡੁਪਲੀਕੇਸੀ ਜਿਹੜੀ ਹੈ, ਰਿਡੰਡੈਂਟ ਡੇਟਾ ਉਹ ਜਿਹੜਾ ਖਤਮ ਕਰ ਦਿੱਤਾ ਗਿਆ। ਦ ਡੇਟਾਬੇਸ ਇਜ਼ ਨਾਟ ਓਨਡ ਬਾਈ ਅ ਸਿੰਗਲ ਯੂਜ਼ਰ। ਹੁਣ ਜਿਹੜਾ ਡੇਟਾਬੇਸ ਹੈ ਕਿਸੇ ਇੱਕ ਸਿੰਗਲ ਯੂਜ਼ਰ ਕੋਲ ਨਹੀਂ ਹੈ, ਇਹ ਡੇਟਾਬੇਸ ਜਿਹੜਾ ਇਹ ਸ਼ੇਅਰਡ ਰਿਸੋਰਸਿਸ ਹੈ, ਮਤਲਬ ਕਿ ਮਲਟੀਪਲ ਯੂਜ਼ਰ ਉਸ ਨੂੰ ਇੱਕੋ ਟਾਈਮ ਦੇ ਉੱਪਰ ਦੇਖ ਸਕਦੇ ਹਨ। ਹੁਣ ਡੇਟਾਬੇਸ ਨੂੰ ਮੈਨੇਜ ਕਰਨ ਵਾਲੇ ਜਾਂ ਉਹ ਇੰਡੀਵਿਜੂਅਲ ਹੈ ਜਾਂ ਗਰੁੱਪ ਆਫ ਪਰਸਨ ਹੈ, ਉਹਨਾਂ ਨੂੰ ਕਿਹਾ ਜਾਂਦਾ ਹੈ ਡੇਟਾਬੇਸ ਐਡਮਿਨਿਸਟ੍ਰੇਟਰ। ਤਾਂ ਡੇਟਾਬੇਸ ਐਡਮਿਨਿਸਟ੍ਰੇਟਰ ਦਾ ਕੰਮ ਕੀ ਹੈ, ਉਹਦੀਆਂ ਰਿਸਪੌਂਸਿਬਿਲਿਟੀਜ਼ ਕੀ ਨੇ, ਡੇਟਾਬੇਸ ਨੂੰ ਡਿਜ਼ਾਈਨ ਕਰਨਾ, ਕ੍ਰੀਏਟ ਕਰਨਾ, ਮੇਨਟੇਨ ਕਰਨਾ ਐਜ਼ ਪਰ ਦਾ ਰਿਕੁਆਇਰਮੈਂਟ ਆਫ ਯੂਜ਼ਰ। ਤਾਂ ਯੂਜ਼ਰ ਦੀ ਰਿਕੁਆਇਰਮੈਂਟ ਦੇ ਅਕੋਰਡਿੰਗਲੀ DBA ਦਾ ਕੰਮ ਕੀ ਹੈ, ਡੇਟਾਬੇਸ ਨੂੰ ਡਿਜ਼ਾਈਨ ਕਰਨਾ, ਕ੍ਰੀਏਟ ਕਰਨਾ, ਮੇਨਟੇਨ ਕਰਨਾ। ਜੇ ਤੁਸੀਂ ਡੈਫੀਨੇਸ਼ਨ ਨੂੰ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੋ ਤਾਂ ਡੇਟਾਬੇਸ ਕੀ ਹੈ, ਲਾਰਜ ਰਿਪੋਜ਼ਿਟਰੀ ਆਫ ਡੇਟਾ ਵਿਦਆਊਟ ਐਨੀ ਡੁਪਲੀਕੇਸੀ, ਮਲਟੀਪਲ ਯੂਜ਼ਰਸ ਸਿੰਗਲ ਡੇਟਾਬੇਸ ਨੂੰ ਸ਼ੇਅਰ ਕਰਦੇ ਹਨ। ਹੁਣ ਜਿਹੜਾ ਡੇਟਾਬੇਸ ਹੈ ਇਸ ਨੂੰ ਕੰਟਰੋਲ ਕੌਣ ਕਰਦਾ ਹੈ, DBMS ਕਰਦਾ ਹੈ। ਹੁਣ ਇਹ DBMS ਦਾ ਕੰਮ ਕੀ ਹੈ, ਡੇਟਾ ਨੂੰ ਲੋਡ ਕਰਨਾ, ਜਿਹੜੇ ਯੂਜ਼ਰ ਦੀ ਰਿਕੁਆਇਰਮੈਂਟਸ ਨੇ ਉਹਨਾਂ ਦੇ ਅਕੋਰਡਿੰਗਲੀ ਉਸ ਨੂੰ ਡੇਟਾ ਪ੍ਰੋਵਾਈਡ ਕਰਨਾ, ਇੱਕ ਫਾਰਮੈਟ ਦੇ ਵਿੱਚ ਡੇਟਾ ਪ੍ਰੋਵਾਈਡ ਕਰਨਾ, ਔਰ ਉਸ ਤੋਂ ਬਾਅਦ ਜਿਹੜਾ ਡੇਟਾ ਨਹੀਂ ਰਿਕੁਆਇਰਡ ਉਸ ਨੂੰ ਹਾਈਡ ਕਰ ਲੈਣਾ। ਉਸ ਤੋਂ ਬਾਅਦ ਜਿੰਨੀਆਂ ਵੀ ਅਪਡੇਟਸ ਨੇ ਉਹਨਾਂ ਨੂੰ ਚੈੱਕ ਕਰਨਾ, ਉਸ ਦੇ ਅਕੋਰਡਿੰਗਲੀ ਆਪਰੇਸ਼ਨ ਪਰਫਾਰਮ ਕਰਨਾ। ਉਸ ਤੋਂ ਬਾਅਦ ਡੇਟਾ ਜਿਹੜਾ ਹੈ ਕਨਕਰੈਂਟਲੀ ਮਲਟੀਪਲ ਯੂਜ਼ਰਸ ਨੂੰ ਅਲਾਉਡ ਕਰਨਾ। ਲਾਸਟ ਪੁਆਇੰਟ ਕੀ ਹੈ, ਜਿਹੜਾ ਫਾਈਲ ਸਿਸਟਮ ਦੀ ਸਭ ਤੋਂ ਵੱਡੀ ਡਿਸਐਡਵਾਂਟੇਜ ਕੀ ਸੀ, ਕੋਈ ਰਿਕਵਰੀ ਬੈਕਅਪ ਨਹੀਂ ਸੀ, ਬਟ DBMS ਦੇ ਵਿੱਚ ਕੀ ਹੈ, ਆਪਣੇ ਕੋਲ ਰਿਕਵਰੀ ਔਰ ਬੈਕਅਪ ਜਿਹੜਾ ਹੈ ਆਟੋਮੈਟਿਕਲੀ ਪਰਫਾਰਮ ਹੋ ਜਾਂਦਾ ਹੈ। ਹੁਣ ਤੁਸੀਂ ਦੇਖ ਰਹੇ ਹੋ ਇੱਕ ਡਾਇਗਰਾਮ ਹੈ, ਡਾਇਗਰਾਮ ਦੇ ਵਿੱਚ ਇੱਕ ਡੇਟਾਬੇਸ ਹੈ। ਮੰਨ ਲਓ ਇੱਕ ਕਾਲਜ ਹੈ, ਕਾਲਜ ਜਿਹੜਾ ਹੈ ਆਪਣਾ ਡਿਫਰੈਂਟ ਡਿਪਾਰਟਮੈਂਟਸ ਦਾ ਡੇਟਾ ਜਿਹੜਾ ਹੈ ਉਸਨੇ ਇੱਕ ਡੇਟਾਬੇਸ ਦੇ ਵਿੱਚ ਸੇਵ ਕੀਤਾ ਹੈ। ਤਾਂ ਸਾਰੇ ਕਾਲਜ ਦਾ ਇੱਕ ਡੇਟਾਬੇਸ ਬਣ ਗਿਆ। ਡੇਟਾਬੇਸ ਨੂੰ ਮੈਨੇਜ ਕੌਣ ਕਰ ਰਿਹਾ ਹੈ, DBMS ਸੌਫਟਵੇਅਰ। DBMS ਸੌਫਟਵੇਅਰ ਤੁਹਾਨੂੰ ਲੈਕਚਰ ਦੇ ਵਿੱਚ ਵੀ ਦੱਸਿਆ ਸਨ, ਔਰੈਕਲ ਹੈ, ਮਾਈਸਕਲ ਹੈ, ਸਿਕੁਅਲ ਹੈ। ਤਾਂ ਇਸ ਤਰੀਕੇ ਨਾਲ DBM ਸੌਫਟਵੇਅਰ ਡੇਟਾਬੇਸ ਨੂੰ ਮੈਨੇਜ ਕਰਦਾ ਹੈ। ਹੁਣ ਜਿਹੜਾ ਡਿਫਰੈਂਟ ਡਿਪਾਰਟਮੈਂਟਸ ਹਨ, ਜਿਵੇਂ ਤੁਸੀਂ ਦੇਖ ਰਹੇ ਹੋ ਕੰਪਿਊਟਰ ਸਾਇੰਸ ਡਿਪਾਰਟਮੈਂਟ ਹੈ, ਫਿਜ਼ਿਕਸ ਡਿਪਾਰਟਮੈਂਟ ਹੈ, ਮੈਥ ਡਿਪਾਰਟਮੈਂਟ ਹੈ, ਇਹ ਸਾਰੇ ਦੇ ਸਾਰੇ ਡਿਪਾਰਟਮੈਂਟ ਤੋਂ ਡੇਟਾ ਕਿਸ ਕੋਲ ਜਾ ਰਿਹਾ ਹੈ, DBMS ਕੋਲ ਜਾ ਰਿਹਾ ਹੈ। DBMS ਜਿਹੜਾ ਹੈ ਉਸ ਦੇ ਅਕੋਰਡਿੰਗਲੀ ਡੇਟਾਬੇਸ ਦੇ ਉੱਪਰ ਆਪਰੇਸ਼ਨ ਪਰਫਾਰਮ ਕਰ ਰਿਹਾ ਹੈ। ਔਰ ਇਸ ਦੀ ਜੇ ਤੁਸੀਂ ਆਊਟਪੁੱਟ ਦੇਖੋ ਤਾਂ
ਕੰਪਿਊਟਰ ਡਿਪਾਰਟਮੈਂਟ ਨੂੰ ਜੋ ਰਿਪੋਰਟ ਰਿਕੁਆਇਰਡ ਹੈ ਉਹ ਉਸ ਨੂੰ ਪ੍ਰੋਵਾਈਡ ਕਰ ਰਿਹਾ ਹੈ। ਫਿਜ਼ਿਕਸ ਡਿਪਾਰਟਮੈਂਟ ਨੂੰ ਜੋ ਰਿਪੋਰਟ ਰਿਕੁਆਇਰਡ ਹੈ ਉਹ ਉਸ ਨੂੰ ਪ੍ਰੋਵਾਈਡ ਕਰ ਰਿਹਾ ਹੈ। ਮੈਥ ਡਿਪਾਰਟਮੈਂਟ ਨੂੰ ਜੋ ਰਿਕੁਆਇਰਡ ਹੈ ਉਹ ਉਸ ਨੂੰ ਪ੍ਰੋਵਾਈਡ ਕਰ ਰਿਹਾ ਹੈ। ਹੁਣ ਤੁਸੀਂ ਜੇ ਧਿਆਨ ਨਾਲ ਦੇਖੋ ਤਾਂ ਕੰਪਿਊਟਰ ਡਿਪਾਰਟਮੈਂਟ ਨੂੰ ਕੰਪਿਊਟਰ ਦੀਆਂ ਡਿਟੇਲਸ ਮਿਲ ਰਹੀਆਂ ਹਨ, ਫਿਜ਼ਿਕਸ ਡਿਪਾਰਟਮੈਂਟ ਨੂੰ ਫਿਜ਼ਿਕਸ ਦੀਆਂ ਡਿਟੇਲ ਮਿਲ ਰਹੀਆਂ ਹਨ, ਮੈਥ ਨੂੰ ਮੈਥ ਡਿਪਾਰਟਮੈਂਟ ਦੀਆਂ ਡਿਟੇਲ ਮਿਲ ਰਹੀਆਂ ਹਨ। ਤਾਂ ਇਸ ਦਾ ਮਤਲਬ ਕੀ ਹੈ, ਯੂਜ਼ਰ ਦੀ ਰਿਕੁਆਇਰਮੈਂਟ ਦੇ ਅਕੋਰਡਿੰਗਲੀ ਡੇਟਾਬੇਸ DBMS ਸੌਫਟਵੇਅਰ ਜੋ ਰਿਕੁਆਇਰਡ ਹੈ, ਯੂਜ਼ਰ ਨੂੰ ਜੋ ਚੀਜ਼ ਰਿਕੁਆਇਰਡ ਹੈ ਉਸ ਦੇ ਅਕੋਰਡਿੰਗਲੀ ਉਸ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦਾ ਹੈ, ਅਤੇ ਜੋ ਚੀਜ਼ ਰਿਕੁਆਇਰਡ ਨਹੀਂ ਹੈ, ਜੋ ਡੇਟਾ ਰਿਕੁਆਇਰਡ ਨਹੀਂ ਹੈ ਉਸ ਨੂੰ ਕੀ ਕਰ ਦਿੰਦਾ ਹੈ, ਹਾਈਡ ਕਰ ਦਿੰਦਾ ਹੈ। ਹੁਣ ਕੰਪਿਊਟਰ ਡਿਪਾਰਟਮੈਂਟ ਨੂੰ ਫਿਜ਼ਿਕਸ ਔਰ ਮੈਥ ਡਿਪਾਰਟਮੈਂਟ ਦੀ ਕੋਈ ਵੀ ਡਿਟੇਲ ਨਹੀਂ ਮਿਲ ਰਹੀ, ਤਾਂ ਇਹਦਾ ਮਤਲਬ ਕੀ ਹੈ, DBMS ਨੇ ਕੰਪਿਊਟਰ ਡਿਪਾਰਟਮੈਂਟ ਤੋਂ ਬਾਕੀ ਡਿਪਾਰਟਮੈਂਟ ਜਿਹੜੇ ਹਨ ਉਹ ਕੀ ਕਰ ਦਿੱਤੇ ਹਨ, ਹਾਈਡ ਕਰ ਦਿੰਦੇ ਹਨ। ਤਾਂ ਇਸ ਤਰੀਕੇ ਨਾਲ ਪੂਰਾ ਦਾ ਪੂਰਾ ਸਿਸਟਮ ਜਿਹੜਾ ਹੈ DBMS ਮੈਨੇਜ ਕਰਦਾ ਹੈ। ਹੁਣ ਜੇ ਤੁਸੀਂ ਕੁਝ ਐਡਵਾਂਟੇजेस ਦੀ ਗੱਲ ਕਰੋ, ਕਿਉਂਕਿ ਆਪਾਂ ਨੇ ਫਾਈਲ ਸਿਸਟਮ ਦੀਆਂ ਬਹੁਤ ਸਾਰੀਆਂ ਡਿਸਐਡਵਾਂਟੇजेस ਪੜ੍ਹੀਆਂ ਸਨ, ਤਾਂ ਉਹੀ ਡਿਸਐਡਵਾਂਟੇजेस ਨੂੰ ਐਡਵਾਂਟੇजेस ਦੇ ਵਿੱਚ ਕਿੰਨੇ ਬਦਲਿਆ, ਡੇਟਾਬੇਸ ਸਿਸਟਮ ਨੇ। ਤਾਂ ਹੁਣ ਜਿਹੜਾ ਟੌਪਿਕ ਤੁਹਾਡੇ ਸਾਹਮਣੇ ਹੈ ਉਹ ਹੈ ਐਡਵਾਂਟੇजेस ਆਫ ਡੇਟਾਬੇਸ ਸਿਸਟਮ। ਤਾਂ ਸਭ ਤੋਂ ਪਹਿਲਾ ਪੁਆਇੰਟ ਕਿਆ ਹੈ, ਮਿਨੀਮਮ ਰਿਡੰਡੈਂਸੀ। ਹੁਣ ਇਹਦਾ ਮਤਲਬ ਕੀ ਹੈ, ਜੇ ਤੁਸੀਂ ਇੱਕ ਜਰਨਲ ਗੱਲ ਕਰੋ ਤਾਂ ਰਿਡੰਡੈਂਸੀ ਦਾ ਮਤਲਬ ਕੀ ਹੈ, ਡੁਪਲੀਕੇਸੀ। ਬਿਕੋਜ਼ ਸਾਰਾ ਦਾ ਸਾਰਾ ਡੇਟਾਬੇਸ ਸਿਸਟਮ ਜੁਆਇੰਟ ਹੈ, ਇੱਕ ਦੂਜੇ ਨਾਲ ਇੰਟਰਕਨੈਕਟਡ ਹੈ, ਤੁਹਾਨੂੰ ਕੋਈ ਵੀ ਡੇਟਾ ਡੁਪਲੀਕੇਟ ਕਰਨ ਦੀ ਜ਼ਰੂਰਤ ਨਹੀਂ ਹੈ, ਸਾਰਾ ਦਾ ਸਾਰਾ ਡੇਟਾ ਇੱਕ ਦੂਜੇ ਨਾਲ ਸ਼ੇਅਰ ਹੈ। ਤਾਂ ਡੇਟਾਬੇਸ ਦੇ ਵਿੱਚ ਡੁਪਲੀਕੇਸੀ ਜਿਹੜੀ ਹੈ ਉਹ ਹਰ ਤਰੀਕੇ ਦੀ ਖਤਮ ਕਰ ਦਿੱਤੀ ਗਈ ਹੈ। ਸੈਕਿੰਡ ਪੁਆਇੰਟ ਹੈ ਇਨਕਨਸਿਸਟੈਂਸੀ। ਇਨਕਨਸਿਸਟੈਂਸੀ ਦਾ ਮਤਲਬ ਕੀ ਹੈ, ਜੇ ਤੁਸੀਂ ਇੱਕ ਜਗ੍ਹਾ ਤੇ ਅਪਡੇਟ ਕਰਦੇ ਹੋ ਤਾਂ ਉਹ ਡੇਟਾ ਅਪਡੇਟ ਹੋ ਰਿਹਾ, ਬਟ ਉਹੀ ਜਿਹੜਾ ਡੇਟਾ ਹੈ ਦੂਸਰੇ ਟੇਬਲ ਦੇ ਵਿੱਚ ਅਪਡੇਟ ਨਹੀਂ ਹੋ ਰਿਹਾ। ਬਟ ਡੇਟਾਬੇਸ ਸਿਸਟਮ ਦੇ ਵਿੱਚ ਜਿੰਨਾ ਵੀ ਡੇਟਾ ਹੈ ਉਹ ਸਾਰਾ ਦਾ ਸਾਰਾ ਐਟ ਦਾ ਸੇਮ ਟਾਈਮ ਜਿਹੜਾ ਹੈ ਅਪਡੇਟ ਹੋ ਜਾਂਦਾ ਹੈ। ਫੋਰ ਐਗਜ਼ਾਮਪਲ, ਜੇ ਕਿਸੇ ਪਾਰਟਿਕੂਲਰ EMPLOYEE ਨੇ ਡਿਪਾਰਟਮੈਂਟ ਜਿਹੜਾ ਹੈ ਉਹ ਚੇਂਜ ਕੀਤਾ ਤਾਂ ਉਹ ਡਿਪਾਰਟਮੈਂਟ ਸਾਰਿਆਂ ਦੇ ਸਾਰੀਆਂ ਜਗ੍ਹਾ ਦੇ ਉੱਪਰ ਚੇਂਜ ਹੋ ਜਾਏਗਾ। ਜਾਂ ਜੇ ਤੁਸੀਂ ਕਹਿ ਲਓ, ਮੰਨ ਲਓ ਸਟੂਡੈਂਟ ਨੇ ਆਪਣਾ ਮੋਬਾਈਲ ਨੰਬਰ ਚੇਂਜ ਕੀਤਾ ਤਾਂ ਮੋਬਾਈਲ ਨੰਬਰ ਸਾਰੇ ਦੇ ਸਾਰੇ ਡਿਪਾਰਟਮੈਂਟਸ ਦੇ ਕੋਲ ਆਟੋਮੈਟਿਕਲੀ ਚੇਂਜਡ ਹੋ ਕੇ ਹੀ ਸ਼ੋ ਕਰੇਗਾ। ਤਾਂ ਇਸ ਦਾ ਮਤਲਬ ਕੀ ਹੈ, ਡੇਟਾਬੇਸ ਦੇ ਵਿੱਚ ਇਨਕਨਸਿਸਟੈਂਸੀ ਜਿਹੜੀ ਆ ਉਹ ਪੂਰੀ ਤਰੀਕੇ ਨਾਲ ਖਤਮ ਹੋ ਜਾਂਦੀ ਹੈ। ਥਰਡ ਪੁਆਇੰਟ ਹੈ ਸ਼ੇਅਰਿੰਗ ਆਫ ਡੇਟਾ। ਹੁਣ ਸ਼ੇਅਰਿੰਗ ਆਫ ਡੇਟਾ ਦਾ ਮਤਲਬ ਕੀ ਹੈ, ਜਿਹੜਾ ਡੇਟਾਬੇਸ ਹੈ ਉਹ ਐਗਜ਼ਿਸਟਿੰਗ ਐਪਲੀਕੇਸ਼ਨਸ, ਐਗਜ਼ਿਸਟਿੰਗ ਦਾ ਮਤਲਬ ਕੀ ਹੈ, ਤੁਹਾਡੀਆਂ ਪੁਰਾਣੀਆਂ ਐਪਲੀਕੇਸ਼ਨ ਵੀ ਉਸ ਨੂੰ ਯੂਜ਼ ਕਰ ਸਕਦੀਆਂ ਹਨ, ਨਵੀਆਂ ਐਪਲੀਕੇਸ਼ਨਸ ਵੀ ਉਹਨਾਂ ਦੀ ਹੈਲਪ ਨਾਲ ਡਿਵੈਲਪਮੈਂਟ ਕੀਤੀ ਜਾ ਸਕਦੀ ਹੈ। ਤਾਂ ਜਿੰਨੇ ਵੀ ਸੌਫਟਵੇਅਰਸ ਨੇ, ਜਿੰਨੀਆਂ ਵੀ ਐਪਲੀਕੇਸ਼ਨਸ ਨੇ, ਉਨ ਸਾਰਿਆਂ ਦੇ ਵਿੱਚ ਜਿਹੜਾ ਡੇਟਾ ਹੈ ਉਹ ਸ਼ੇਅਰ ਹੋ ਜਾਂਦਾ ਹੈ। ਸ਼ੇਅਰਿੰਗ ਆਫ ਡੇਟਾ ਮਤਲਬ ਪੁਰਾਣੀਆਂ ਨੂੰ ਵੀ ਸਪੋਰਟ ਕਰਦਾ ਹੈ ਔਰ ਨਵੀਆਂ ਐਪਲੀਕੇਸ਼ਨਸ ਦੀ ਡਿਵੈਲਪਮੈਂਟ ਦੇ ਵਿੱਚ ਵੀ ਹੈਲਪ ਕਰਦਾ ਹੈ। ਫੋਰਥ ਪੁਆਇੰਟ ਹੈ ਸਟੈਂਡਰਡਸ ਕੈਨ ਬੀ ਇਨਫੋਰਸ। ਹੁਣ ਇਹਦਾ ਮਤਲਬ ਕੀ ਹੈ, ਫਾਈਲ ਸਿਸਟਮ ਦੇ ਵਿੱਚ ਡੇਟਾ ਸਟੋਰ ਕਰਨ ਲਈ ਕੋਈ ਵੀ ਪਾਰਟਿਕੂਲਰ ਸਟੈਂਡਰਡ ਫਾਰਮੈਟ ਨਹੀਂ ਸੀ, ਬਟ ਡੇਟਾਬੇਸ ਸਿਸਟਮ ਦੇ ਵਿੱਚ ਕੀ ਹੈ, ਜਦੋਂ ਹੀ ਤੁਸੀਂ ਕੋਈ ਨਾ ਕੋਈ ਡੇਟਾ ਇਨਸਰਟ ਕਰਦੇ ਹੋ ਡੇਟਾਬੇਸ ਦੇ ਵਿੱਚ ਤਾਂ ਉਹ ਇੱਕ ਪਾਰਟਿਕੂਲਰ ਫਾਰਮੈਟ ਦੇ ਵਿੱਚ ਸੇਵ ਹੁੰਦਾ ਹੈ। ਉਸ ਫਾਰਮੈਟ ਨੂੰ ਕਿਹਾ ਜਾਂਦਾ ਹੈ ਪਾਰਟਿਕੂਲਰ ਸਟੈਂਡਰਡਸ। ਹੁਣ ਇਹ ਸਟੈਂਡਰਡ ਨੂੰ ਇਨਸ਼ੋਰ ਕਰਨਾ ਮਤਲਬ ਚੈੱਕ ਕਰਨ ਦੀ ਜ਼ਿੰਮੇਵਾਰੀ ਕਿਸ ਦੀ ਹੈ, DBA ਦੀ ਹੈ। ਫਾਰਮੈਟ ਦੀ ਗੱਲ ਕਰੀਏ ਤਾਂ ਜੇ ਮੰਨ ਲਓ ਤੁਸੀਂ ਆਪਣਾ ਰੋਲ ਨੰਬਰ ਸੇਵ ਕਰਨਾ ਹੈ ਤਾਂ ਰੋਲ ਨੰਬਰ ਹਮੇਸ਼ਾ ਨੂਮੈਰਿਕ ਵੈਲਿਊਜ਼ ਦੇ ਵਿੱਚ ਹੁੰਦਾ ਹੈ ਔਰ ਇੰਟੀਜ਼ਰ ਵੈਲਿਊ 'ਚ ਹੁੰਦਾ ਹੈ। ਤਾਂ ਡੇਟਾਬੇਸ ਦੇ ਵਿੱਚ ਜਦੋਂ ਵੀ ਤੁਸੀਂ ਰੋਲ ਨੰਬਰ ਦੇਖੋਗੇ ਤਾਂ ਉਹ ਕਿਸ 'ਚ ਹੋਏਗਾ, ਨੂਮੈਰਿਕ 'ਚ ਹੋਏਗਾ ਔਰ ਇੰਟੀਜ਼ਰ ਵੈਲਿਊ 'ਚ ਹੋਏਗਾ। ਉਸੇ ਤਰੀਕੇ ਨਾਲ ਜੇ ਤੁਸੀਂ अपना मोबाइल नंबर सेव करना है तो मोबाइल नंबर किस होएगा, इंटीजर वैल्यू च होएगा और नुमैरिक वैल्यू च होएगा। तो जदों भी तुसी उत्थे कोई इंग्लिश का लैटर टाइप करने की कोशिश करोगे तो वो तुहानू दसेगा भी यह प्रॉपर डेटा फॉर्मेट दे विच नहीं हैगा। तो इस तरीके नाल डेटाबेस दे विच एक स्टैंडर्ड फॉर्मेट यूज़ किया जाता है जदों भी तुसी डेटा नू इंसर्ट करते हो। नैक्सट पॉइंट जो है सर्चिंग कैपेबिलिटी। हुण सर्चिंग कैपेबिलिटी का मतलब की है, जे तुहानू मल्टीपल फाइल्स जो सर्च करना पवे तो तुहाडे कोल टाइम बहुत ज़्यादा कंज्यूम हो जाता है। बट डेटाबेस सिस्टम च की है, फास्ट फ्लैक्सीबल सर्च कैपेबिलिटी है। इसका मतलब की है, मान लो तुहाडे कोल 5000 बच्चों का डेटा है
ਤੁਸੀਂ ਉਸ ਦੇ ਵਿੱਚੋਂ ਆਪਣਾ ਐਪਲੀਕੇਸ਼ਨ ਆਈਡੀ ਪਾਉਂਦੇ ਹੋ ਤਾਂ ਸਿਰਫ ਤੁਹਾਨੂੰ ਆਪਣਾ ਐਪਲੀਕੇਸ਼ਨ ਨੰਬਰ ਸ਼ੋ ਹੋ ਜਾਏਗਾ। ਉਸੇ ਤਰੀਕੇ ਨਾਲ ਜੇ ਤੁਸੀਂ ਮੰਨ ਲਓ ਸਰਚ ਕਰਦੇ ਹੋ ਇਕੱਲੇ BCA ਦੇ ਸਟੂਡੈਂਟਸ ਤਾਂ ਤੁਹਾਨੂੰ BCA ਦੇ ਸਟੂਡੈਂਟ ਪੂਰੇ ਕਾਲਜ ਦੇ ਡੇਟਾਬੇਸ 'ਚੋਂ ਸ਼ੋ ਹੋ ਜਾਣਗੇ। ਤਾਂ ਡੇਟਾਬੇਸ ਸਿਸਟਮ ਦੇ ਵਿੱਚ ਜਿਹੜੀ ਸਰਚਿੰਗ ਕੈਪੇਬਿਲਿਟੀ ਆ ਬਹੁਤ ਜ਼ਿਆਦਾ ਕੀ ਹੈ, ਫਾਸਟ ਹੈ। ਨੈਕਸਟ ਪੁਆਇੰਟ ਹੈ ਇੰਟੀਗ੍ਰਿਟੀ। ਇੰਟੀਗ੍ਰਿਟੀ ਦਾ ਮਤਲਬ ਕੀ ਹੈ, ਮਲਟੀਪਲ ਫਾਈਲਸ ਨੂੰ ਇੱਕੋ ਫਾਈਲ ਦੇ ਵਿੱਚ ਐਡ ਕਰ ਦੇਣਾ। ਹੁਣ ਇਸ ਦਾ ਮਤਲਬ ਕੀ ਹੈ, ਅਲੱਗ-ਅਲੱਗ ਡਿਪਾਰਟਮੈਂਟ ਦੀਆਂ ਫਾਈਲਸ ਨੇ, ਉਹ ਸਾਰੀਆਂ ਦੇ ਸਾਰੀਆਂ ਫਾਈਲਸ ਨੂੰ ਡੇਟਾਬੇਸ ਦੇ ਵਿੱਚ ਸੇਵ ਕਰ ਦੇਣਾ ਸੋ ਦੈਟ ਕੱਲ ਨੂੰ ਜੇ ਕਿਸੇ ਡਿਪਾਰਟਮੈਂਟ ਨੇ ਕੋਈ ਵੀ ਆਪਣੀ ਇਨਫੋਰਮੇਸ਼ਨ ਸਰਚ ਕਰਨੀ ਹੈ ਤਾਂ ਉਸ ਨੂੰ ਈਜ਼ੀਲੀ ਮਿਲ ਸਕੇ, ਨਾ ਕਿ ਆਪਣੇ ਡਿਪਾਰਟਮੈਂਟ ਦੀ ਪਲੱਸ ਬਾਕੀ ਡਿਪਾਰਟਮੈਂਟਸ ਦੀ ਇਨਫੋਰਮੇਸ਼ਨ ਵੀ ਉਸ ਨੂੰ ਮਿਲ ਸਕੇ। ਨੈਕਸਟ ਪੁਆਇੰਟ ਹੈ ਪ੍ਰਾਈਵੇਸੀ ਐਂਡ ਸਿਕਿਉਰਿਟੀ। ਹੁਣ ਡੇਟਾਬੇਸ ਸਿਸਟਮ ਦੇ ਵਿੱਚ ਜਿੰਨਾ ਵੀ ਡੇਟਾ ਹੈ ਉਹ ਸਾਰਾ ਦਾ ਸਾਰਾ ਸਿਕਿਉਰ ਹੈ, ਪ੍ਰਾਈਵੇਟ ਹੈ। ਸਿਕਿਉਰਿਟੀ ਦਾ ਮਤਲਬ ਕੀ ਹੈ, ਅਨਆਥੋਰਾਈਜ਼ਡ ਪਰਸਨ ਦਾ ਮਤਲਬ ਕੀ ਹੈ, ਜਿਸ ਪਰਸਨ ਕੋਲ ਸਿਸਟਮ ਨੂੰ ਯੂਜ਼ ਕਰਨ ਦਾ ਪਾਸਵਰਡ ਨਹੀਂ ਹੈ ਤਾਂ ਅਨਆਥੋਰਾਈਜ਼ਡ ਪਰਸਨ ਉਸ ਨੂੰ ਯੂਜ਼ ਨਹੀਂ ਕਰ ਸਕਦਾ। ਉਸੇ ਤਰੀਕੇ ਨਾਲ ਪ੍ਰਾਈਵੇਸੀ ਦਾ ਮਤਲਬ ਕੀ ਹੈ, ਕਿਸ ਲੈਵਲ ਤੱਕ ਤੁਸੀਂ ਇਨਫੋਰਮੇਸ਼ਨ ਡੇਟਾਬੇਸ ਦੇ ਵਿੱਚੋਂ ਦੇਖ ਸਕਦੇ ਹੋ। ਡੇਟਾ ਸ਼ੁੱਡ ਬੀ ਪ੍ਰੋਟੈਕਟਿਡ ਫਰੋਮ ਫਾਇਰ, ਥੈਫਟ ਐਂਡ ਅਦਰ ਫਾਰਮ ਆਫ ਡਿਸਟਰਕਸ਼ਨ। ਹੁਣ ਡਿਸਟਰਕਸ਼ਨ ਦਾ ਮਤਲਬ ਕੀ ਹੈ, ਡਿਲੀਟ ਹੋਣਾ ਜਾਂ ਖਰਾਬ ਹੋਣਾ। ਤਾਂ ਜਿਹੜਾ ਡੇਟਾ ਹੈ ਉਸ ਨੂੰ ਪ੍ਰੋਟੈਕਟ ਰੱਖਣਾ ਹੈ ਅੱਗ ਲੱਗਣ ਤੋਂ, ਚੋਰੀ ਹੋਣ ਤੋਂ ਜਾਂ ਕਿਸੇ ਵੀ ਤਰੀਕੇ ਨਾਲ ਖਰਾਬ ਹੋਣ ਤੋਂ। ਡੇਟਾ ਸ਼ੁੱਡ ਬੀ ਰੀਕਨਸਟਰਕਟੇਬਲ। ਤਾਂ ਇਸ ਦਾ ਮਤਲਬ ਕੀ ਹੈ, ਤੁਸੀਂ ਡੇਟਾ ਨੂੰ ਦੁਬਾਰਾ ਬਣਾ ਸਕੋ। ਇਹ ਨਾ ਹੋਵੇ ਕਿ ਡੇਟਾ ਇੱਕ ਵਾਰ ਖਤਮ ਹੋ ਗਿਆ ਤਾਂ ਤੁਸੀਂ ਉਸ ਨੂੰ ਦੁਬਾਰਾ ਨਾ ਬਣਾ ਸਕੋ। ਨੈਕਸਟ ਹੈ ਡੇਟਾ ਸ਼ੁੱਡ ਬੀ ਆਡਿਟੇਬਲ। ਹੁਣ ਇਸ ਦਾ ਮਤਲਬ ਕੀ ਹੈ, ਡੇਟਾ ਨੂੰ ਤੁਸੀਂ ਕ੍ਰਾਸ ਚੈੱਕ ਕਰ ਸਕੋ ਵੀ ਇਹ ਜਿਹੜਾ ਡੇਟਾਬੇਸ ਦੇ ਵਿੱਚ ਡੇਟਾ ਪਿਆ ਹੈ ਕਿ ਉਹ ਠੀਕ ਹੈ ਜਾਂ ਗਲਤ ਹੈ। ਦ ਸਿਸਟਮ ਸ਼ੁੱਡ ਬੀ ਟੈਂਪਰ ਪ੍ਰੂਫ। ਹੁਣ ਇਸ ਦਾ ਮਤਲਬ ਕੀ ਹੈ, ਕੋਈ ਅਨਆਥੋਰਾਈਜ਼ਡ ਪਰਸਨ ਉਸ ਨੂੰ ਯੂਜ਼ ਨਾ ਕਰ ਸਕੇ। ਫੋਰ ਐਗਜ਼ਾਮਪਲ ਤੁਹਾਡੇ ਫੋਨ ਦਾ ਪਾਸਵਰਡ ਹੈ, ਜੇਕਰ ਤੁਹਾਨੂੰ ਪਤਾ ਹੈ ਤਾਂ ਹੀ ਉਹਨੂੰ ਖੋਲ ਸਕਦੇ ਹੋ। ਜੇਕਰ ਤੁਹਾਨੂੰ ਪਾਸਵਰਡ ਨਹੀਂ ਪਤਾ ਤਾਂ ਤੁਸੀਂ ਮੋਬਾਈਲ ਨਹੀਂ ਓਪਨ ਕਰ ਸਕਦੇ। ਤਾਂ ਉਸ ਤਰੀਕੇ ਨਾਲ ਡੇਟਾਬੇਸ ਜਿਹੜਾ ਹੈ ਉਹ ਟੈਂਪਰ ਪ੍ਰੂਫ ਹੋਣਾ ਚਾਹੀਦਾ ਹੈ, ਕੋਈ ਵੀ ਅਨਆਥੋਰਾਈਜ਼ਡ ਪਰਸਨ ਉਸ ਮੋਬਾਈਲ ਨੂੰ ਸਿਕਿਉਰਿਟੀ ਨੂੰ ਪਾਸ ਨਾ ਕਰ ਸਕੇ। ਨੈਕਸਟ ਪੁਆਇੰਟ ਹੈ ਇੰਟਰਫੇਸ ਵਿਦ ਦਾ ਪਾਸਟ। ਹੁਣ ਇਸ ਦਾ ਮਤਲਬ ਕੀ ਹੈ, ਫੋਰ ਐਗਜ਼ਾਮਪਲ ਤੁਸੀਂ ਆਪਣੇ ਕੰਪਨੀ ਦਾ ਸੌਫਟਵੇਅਰ ਬਣਾਇਆ ਹੈ, ਕੋਈ ਨਵਾਂ ਸੌਫਟਵੇਅਰ ਡਿਵੈਲਪ ਕੀਤਾ ਹੈ, ਤਾਂ ਇਸ ਦਾ ਮਤਲਬ ਇਹ ਨਾ ਹੋਵੇ ਕਿ ਤੁਹਾਡਾ ਜਿਹੜਾ ਪੁਰਾਣਾ ਡੇਟਾਬੇਸ ਹੈ ਉਹ ਖਤਮ, ਤੁਹਾਨੂੰ ਸਾਰਾ ਦਾ ਸਾਰਾ ਕੰਮ ਨਵਾਂ ਕਰਨਾ ਪੈਂਦਾ ਹੈ। ਤਾਂ ਇੰਟਰਫੇਸ ਵਿਦ ਦਾ ਪਾਸਟ ਦਾ ਮਤਲਬ ਕੀ ਹੈ, ਜਿਹੜਾ ਪੁਰਾਣਾ ਡੇਟਾਬੇਸ ਹੈ, ਐਗਜ਼ਿਸਟਿੰਗ ਪ੍ਰੋਗਰਾਮ ਹਨ, ਪ੍ਰੋਸੀਜਰ ਹੈ, ਡੇਟਾ ਹੈ, ਉਸ ਨੂੰ ਤੁਸੀਂ ਨਵੀਂ ਐਪਲੀਕੇਸ਼ਨ, ਨਵਾਂ ਡੇਟਾਬੇਸ ਸੌਫਟਵੇਅਰ ਦੇ ਵਿੱਚ ਈਜ਼ੀਲੀ ਯੂਜ਼ ਕਰ ਸਕਦੇ ਹੋ। ਵਿਦ ਦਾ ਫਿਊਚਰ। ਹੁਣ ਇਸ ਦਾ ਮਤਲਬ ਕੀ ਹੈ, ਇਨ ਕੇਸ ਤੁਸੀਂ ਪਲਾਨ ਕਰ ਰਹੇ ਹੋ ਡੇਟਾਬੇਸ ਦੇ ਵਿੱਚ ਕੁਝ ਚੇਂਜਸ ਕਰਨ ਦੀਆਂ, ਤਾਂ ਜਿਹੜੀਆਂ ਚੇਂਜਸ ਨੇ ਵਿਦਆਊਟ ਚੇਂਜਿੰਗ ਮੀਨਸ ਪੁਰਾਣਾ ਡੇਟਾਬੇਸ ਐਪਲੀਕੇਸ਼ਨ ਪ੍ਰੋਗਰਾਮ ਦੇ ਵਿੱਚ ਕੋਈ ਮੋਡੀਫਿਕੇਸ਼ਨ ਕੀਤੇ ਬਗੈਰ ਤੁਸੀਂ ਆਪਣੇ ਡੇਟਾਬੇਸ ਦੇ ਵਿੱਚ ਕੀ ਚੇਂਜਸ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ। ਤਾਂ ਡੇਟਾਬੇਸ ਦੇ ਵਿੱਚ ਇਹ ਤੁਹਾਨੂੰ ਫੀਚਰ ਪ੍ਰੋਵਾਈਡ ਹੁੰਦਾ ਹੈ ਕਿ ਤੁਸੀਂ ਆਪਣਾ ਡੇਟਾਬੇਸ ਚੇਂਜ ਕਰ ਸਕਦੇ ਹੋ ਵਿਦਆਊਟ ਸਾਰਾ ਦਾ ਸਾਰਾ ਐਪਲੀਕੇਸ਼ਨ ਪ੍ਰੋਗਰਾਮ ਚੇਂਜ ਕੀਤੇ ਹੋਏ। ਹੁਣ ਨੈਕਸਟ ਪੁਆਇੰਟ ਕੀ ਹੈ, ਟਿਊਨੇਬਿਲਿਟੀ। ਟਿਊਨੇਬਿਲਿਟੀ ਦਾ ਮਤਲਬ ਕੀ ਹੈ, adjusting a database to improve its performance is referred to as tuning the database। ਹੁਣ ਇਹਦਾ ਮਤਲਬ ਕੀ ਹੈ, ਪਰਫਾਰਮੈਂਸ ਦੇ ਅਕੋਰਡਿੰਗਲੀ ਆਪਣੇ ਡੇਟਾਬੇਸ ਦੇ ਵਿੱਚ ਟਾਈਮ ਟੂ ਟਾਈਮ ਕੁਛ ਨਾ ਕੁਛ ਚੇਂਜਸ ਕਰਦੇ ਰਹਿਣਾ, ਉਹਨੂੰ ਕੀ ਕਹਿੰਦੇ ਹਨ, ਟਿਊਨੇਬਿਲਿਟੀ। ਫੋਰ ਐਗਜ਼ਾਮਪਲ ਜਿਵੇਂ ਤੁਹਾਡੇ ਕੋਲ ਫੋਨ ਦੇ ਵਿੱਚ ਅਪਡੇਟਸ ਆਉਂਦੀਆਂ ਹਨ ਤਾਂ ਉਹ ਕੀ ਹੈ, ਤੁਹਾਡਾ ਫੋਨ ਚੇਂਜ ਨਹੀਂ ਹੁੰਦਾ ਬਟ ਫੋਨ ਦਾ ਆਪਰੇਟਿੰਗ ਸਿਸਟਮ ਨਵੇਂ ਫੀਚਰ ਐਡ ਕਰ ਦਿੰਦਾ ਹੈ, ਇਸ ਨੂੰ ਕਹਿੰਦੇ ਹਨ ਫੋਨ ਦੀ ਟਿਊਨੇਬਿਲਿਟੀ। ਹੈ ਡੇਟਾ ਮਾਈਗ੍ਰੇਸ਼ਨ। ਮਾਈਗ੍ਰੇਸ਼ਨ ਦਾ ਮਤਲਬ ਕੀ ਹੈ, ਜਿਵੇਂ ਜੇ ਤੁਸੀਂ ਨੋਰਮਲ ਗੱਲ ਕਰੋ ਤਾਂ ਇੱਕ ਜਗ੍ਹਾ ਤੋਂ ਦੂਸਰੇ ਜਗ੍ਹਾ ਤੇ ਮੂਵ। ਹੁਣ ਇਸ ਦਾ ਮਤਲਬ ਕੀ ਹੈ, ਸਮੇਂ ਦੇ ਅਕੋਰਡਿੰਗਲੀ ਕੀ ਤੁਸੀਂ ਡੇਟਾਬੇਸ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਮੂਵ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ। ਜੇ ਤੁਸੀਂ ਕਰ ਸਕਦੇ ਹੋ ਤਾਂ ਇਸ ਦਾ ਮਤਲਬ ਕੀ ਹੈ, ਤੁਹਾਡਾ ਡੇਟਾਬੇਸ ਤੁਹਾਨੂੰ ਡੇਟਾ ਮਾਈਗ੍ਰੇਸ਼ਨ ਦੀ ਫੈਸਿਲਿਟੀ ਪ੍ਰੋਵਾਈਡ ਕਰਦਾ ਹੈ। ਨੈਕਸਟ ਪੁਆਇੰਟ ਹੈ ਸਿੰਪਲਿਸਿਟੀ। ਹੁਣ ਸਿੰਪਲਿਸਿਟੀ ਦਾ ਮਤਲਬ ਕੀ ਹੈ, ਜਿਹੜਾ ਤੁਹਾਡੇ ਕੋਲ ਡੇਟਾਬੇਸ ਹੈ ਇਹ ਬਹੁਤ ਹੀ ਸਿੰਪਲ ਹੈ,
ਇਸ ਦੇ ਵਿੱਚ ਕੋਈ ਵੀ ਇਹੋ ਜਿਹਾ ਕੰਪਲੈਕਸ ਕੰਮ ਨਹੀਂ ਕੀਤਾ ਗਿਆ ਜਿਹੜਾ ਤੁਹਾਨੂੰ ਸਮਝ ਨਾ ਆ ਸਕੇ। ਤਾਂ ਜਿੰਨਾ ਵੀ ਤੁਸੀਂ ਡੇਟਾਬੇਸ ਦੇਖਣਾ ਹੈ, ਉਹਨੂੰ ਮੈਨੇਜ ਕਰਨਾ ਹੈ ਜਾਂ ਤੁਸੀਂ ਰਿਪੋਰਟਸ ਜਨਰੇਟ ਕਰਨੀਆਂ, ਉਹਨੂੰ ਸਾਰਾ ਦਾ ਸਾਰਾ ਕੀ ਹੈ, ਇੱਕ ਸਿੰਪਲ ਤਰੀਕੇ ਨਾਲ ਤੁਹਾਨੂੰ ਸ਼ੋ ਹੋ ਜਾਂਦਾ ਹੈ। ਨੈਕਸਟ ਪੁਆਇੰਟ ਕੀ ਹੈ, ਪਾਵਰਫੁਲ ਯੂਜ਼ਰ ਲੈਂਗੁਏਜਸ। ਜਿਵੇਂ ਤੁਸੀਂ C ਸੁਣੀ ਹੈ, C++ ਸੁਣੀ ਹੈ, ਉਸੇ ਤਰੀਕੇ ਨਾਲ ਤੁਹਾਡੇ ਕੋਲ ਡੇਟਾਬੇਸ ਨੂੰ ਮੇਨਟੇਨ ਕਰਨ ਲਈ ਯੂਜ਼ਰ ਲੈਂਗੁਏਜਸ ਹਨ। ਜਿਵੇਂ SQL ਹੈ, ਤੁਸੀਂ ਉਹਨਾਂ ਲੈਂਗੁਏਜਸ ਦੀ ਹੈਲਪ ਨਾਲ ਡੇਟਾਬੇਸ ਦੇ ਵਿੱਚੋਂ ਕੁਐਰੀਜ਼ ਲਗਾ ਸਕਦੇ ਹੋ, ਕੋਈ ਵੀ ਡੇਟਾ ਸਰਚ ਕਰ ਸਕਦੇ ਹੋ, ਰਿਕਾਰਡਸ ਨੂੰ ਅਪਡੇਟ ਕਰ ਸਕਦੇ ਹੋ। ਪੁਆਇੰਟ ਹੈ ਕਨਫਲਿਕਟ ਰਿਕੁਆਇਰਮੈਂਟ ਕੈਨ ਬੀ ਬੈਲੈਂਸਡ। ਹੁਣ ਇਸ ਦਾ ਮਤਲਬ ਕੀ ਹੈ, ਜਿਹੜਾ ਡੇਟਾਬੇਸ ਹੈ ਉਸ ਨੂੰ ਮੈਨੇਜ ਕੌਣ ਕਰਦਾ ਹੈ, DBA ਕਰਦਾ ਹੈ। ਤਾਂ ਓਵਰਆਲ ਸਰਵਿਸਿਜ਼ ਜਿਹੜੀਆਂ ਨੇ ਸਿਸਟਮ ਦੇ ਅਕੋਰਡਿੰਗਲੀ, ਤੁਹਾਡੀ ਕੰਪਨੀ ਦੇ ਅਕੋਰਡਿੰਗਲੀ ਪ੍ਰੋਪਰਲੀ ਚਲਦੀਆਂ ਰਹਿਣ, ਤਾਂ ਜਿੰਨੇ ਵੀ ਕਨਫਲਿਕਟਸ ਹਨ ਉਹਨਾਂ ਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਕਿਸ ਦੇ ਕੋਲ ਹੈ, DBA ਦੇ ਕੋਲ ਹੈ। ਨੈਕਸਟ ਪੁਆਇੰਟ ਹੈ ਫਾਸਟਰ ਡਿਵੈਲਪਮੈਂਟ ਆਫ ਨਿਊ ਐਪਲੀਕੇਸ਼ਨ। ਜਿਵੇਂ ਤੁਸੀਂ ਪਹਿਲਾਂ ਪੜ੍ਹਿਆ ਹੈ, ਜੇ ਤੁਸੀਂ ਕੋਈ ਨਵੀਂ ਐਪਲੀਕੇਸ਼ਨ ਬਣਾ ਰਹੇ ਹੋ ਤਾਂ ਤੁਹਾਡੇ ਕੋਲ ਡੇਟਾਬੇਸ ਪਹਿਲਾਂ ਹੀ ਪੁਰਾਣੇ ਵਾਲਾ ਪਿਆ ਹੈ ਯੂਜ਼ ਕਰਨ ਲਈ, ਤਾਂ ਉਸ ਦਾ ਡਿਵੈਲਪਮੈਂਟ ਟਾਈਮ ਜਿਹੜਾ ਹੈ ਉਹ ਘਟ ਜਾਂਦਾ ਹੈ। ਤੁਸੀਂ ਨਵੀਂ ਐਪਲੀਕੇਸ਼ਨ ਦੇ ਵਿੱਚ ਪੁਰਾਣਾ ਡੇਟਾਬੇਸ ਜਿਹੜਾ ਉਹ ਈਜ਼ੀਲੀ ਯੂਜ਼ ਕਰ ਸਕਦੇ ਹੋ। ਔਰ ਕੰਟਰੋਲ ਓਵਰ ਕਨਕਰੈਂਸੀ। ਹੁਣ ਇਸ ਦਾ ਮਤਲਬ ਕੀ ਹੈ, ਸਾਈਮਲਟੇਨੀਅਸਲੀ ਜਦੋਂ ਇੱਕ ਜਾਂ ਇੱਕ ਤੋਂ ਜ਼ਿਆਦਾ ਯੂਜ਼ਰ ਡੇਟਾਬੇਸ ਨੂੰ ਅਸੈਸ ਕਰਨ ਦੀ ਕੋਸ਼ਿਸ਼ ਕਰਦੇ ਹਨ ਔਰ ਸੇਮ ਟਾਈਮ ਤੇ ਅਪਡੇਟ ਕਰਦੇ ਹਨ, ਤਾਂ ਇਹ ਤੁਹਾਨੂੰ ਪ੍ਰੋਬਲਮ ਕ੍ਰੀਏਟ ਕਰਦੇ ਹਨ। ਬਟ DBMS ਦੇ ਵਿੱਚ ਤੁਹਾਡੇ ਕੋਲ ਕਨਕਰੈਂਸੀ ਕੰਟਰੋਲ ਹੁੰਦਾ ਹੈ, ਜਿਸ ਦੇ ਨਾਲ ਜਿਹੜੀ ਟ੍ਰਾਂਜੈਕਸ਼ਨ ਹੈ ਨਾ ਉਹ ਲੋਸਟ ਹੁੰਦੀ ਹੈ ਔਰ ਤੁਹਾਡੇ ਕੋਲ ਕਰੈਕਟ ਡੇਟਾ ਸ਼ੋ ਕਰਦੀ ਹੈ।